ਅੱਜ ਦੀ ਇਸ ਲੈਕਚਰ ਵਿੱਚ ਚੈਪਟਰ ਨੰਬਰ 4 ਕੈਮੀਕਲ ਬੌਂਡਿੰਗ ਐਂਡ ਮੋਲੀਕੂਲਰ ਸਟਰਕਚਰ ਦਾ ਲੇਵਸ ਸਿੰਬਲ ਟੌਪਿਕ ਕਰਾਂਗੇ। ਤੁਸੀਂ ਇਸ ਚੈਪਟਰ ਦੇ ਵਿੱਚ ਜਦੋਂ ਅਸੀਂ ਕੋਈ ਵੀ ਕੈਮੀਕਲ ਕੰਬੀਨੇਸ਼ਨ ਕਰਾਂਗੇ ਉਹਦੇ ਵਿੱਚ ਲੇਵਸ ਸਿੰਬਲ ਦੀ ਹੈਲਪ ਦੇ ਨਾਲ ਹੀ ਅਸੀਂ ਐਲੀਮੈਂਟ ਰਿਪਰੈਜ਼ੈਂਟ ਕਰਾਂਗੇ। ਫੋਰ ਐਗਜ਼ਾਮਪਲ अगर असी लीथियम ਨੂੰ ਲੇਵਸ ਸਿੰਬਲ ਦੇ ਅਕੋਰਡਿੰਗ ਰਿਪਰੈਜ਼ੈਂਟ ਕਰਨਾ ਹੋਵੇ ਤਾਂ मैं ਲੀਥੀਅਮ ਦੇ ਉੱਪਰ ਇੱਕ ਛੋਟਾ ਜਿਹਾ ਡਾਟ ਲਗਾ ਦੂੰਗਾ। ਅਗਰ ਬੈਰੀਲੀਅਮ ਨੂੰ ਕਰਨਾ ਹੋਵੇ ਤਾਂ ਇਸ ਦੇ ਉੱਪਰ 2 ਡਾਟ ਲਗਾ ਦਾਂਗੇ। ਤਾਂ ਦੇਖੋ ਇਹਨਾਂ ਚੀਜ਼ਾਂ ਨੂੰ ਅਸੀਂ ਸਟੱਡੀ ਕਰਾਂਗੇ ਵੀ ਇਹ ਡਾਟਸ ਅਸੀਂ ਲਗਾਉਣੇ ਕਿਵੇਂ, ਇਹਨਾਂ ਦਾ ਮੀਨਿੰਗ ਕੀ ਹੈ, ਇਹਨਾਂ ਦਾ ਪਰਪਸ ਕੀ ਹੈ। ਦੇਖੋ ਲੇਵ ਸਿੰਬਲ all the electrons in an atom are not involved in the process of combination। ਕਹਿ ਰਹੇ ਨੇ ਵੀ ਸਾਰੇ ਦੇ ਸਾਰੇ ਇਲੈਕਟ੍ਰੋਨ ਹੀ ਕੈਮੀਕਲ ਕੰਬੀਨੇਸ਼ਨ ਦੇ ਵਿੱਚ ਇਨਵੋਲਵਮੈਂਟ ਨਹੀਂ ਕਰਦੇ। ਸਾਨੂੰ ਪਤਾ ਵੀ ਜਿਹੜੇ ਵੈਲੈਂਸ ਸ਼ੈੱਲ ਦੇ ਵਿੱਚ ਇਲੈਕਟ੍ਰੋਨਸ ਹੁੰਦੇ ਨੇ ਸਿਰਫ ਉਹੀ ਕੈਮੀਕਲ ਕੰਬੀਨੇਸ਼ਨ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ। ਦੀ ਇਨਰ ਸ਼ੈੱਲ ਇਲੈਕਟ੍ਰੋਨਸ ਆਰ ਵੈਲ ਪ੍ਰੋਟੈਕਟਡ ਐਂਡ ਦੇ ਜਰਨਲੀ ਡੂ ਨਾਟ ਟੇਕ ਪਾਰਟ। ਜਿਹੜੇ ਇਨਰ ਸ਼ੈੱਲ ਇਲੈਕਟ੍ਰੋਨਸ ਹੁੰਦੇ ਨੇ ਉਹ ਜਰਨਲੀ ਟੇਕ ਪਾਰਟ ਨਹੀਂ ਕਰਦੇ ਕੈਮੀਕਲ ਕੰਬੀਨੇਸ਼ਨ ਦੇ ਵਿੱਚ, ਸਿਰਫ ਆਊਟਰਮੋਸਟ ਸ਼ੈੱਲ ਦੇ ਇਲੈਕਟ੍ਰੋਨਸ ਹੀ ਟੇਕ ਪਾਰਟ ਕਰਦੇ ਨੇ ਕੈਮੀਕਲ ਕੰਬੀਨੇਸ਼ਨ ਦੇ ਵਿੱਚ। ਇਲੈਕਟ੍ਰੋਨਸ ਪ੍ਰੈਜ਼ੈਂਟ ਇਨ ਆਊਟਰਮੋਸਟ ਸ਼ੈੱਲ ਦੈਟ ਟੇਕ ਪਾਰਟ ਇਨ ਕੈਮੀਕਲ ਕੰਬੀਨੇਸ਼ਨ ਦੇ ਵਿੱਚ, ਮਤਲਬ ਵੀ ਆਊਟਰਮੋਸਟ ਸ਼ੈੱਲ ਦੇ ਵਿੱਚ ਜਿਹੜੇ ਇਲੈਕਟ੍ਰੋਨਸ ਨੇ ਉਹੀ ਪਾਰਟਿਸਿਪੇਟ ਕਰਦੇ ਨੇ ਕੈਮੀਕਲ ਕੰਬੀਨੇਸ਼ਨ ਵਿੱਚ। ਦੀਜ਼ ਇਲੈਕਟ੍ਰੋਨਸ ਆਰ ਕਾਲਡ ਵੈਲੈਂਸ ਸ਼ੈੱਲ ਇਲੈਕਟ੍ਰੋਨਸ। ਤੇ ਇਹਨਾਂ ਇਲੈਕਟ੍ਰੋਨਸ ਨੂੰ ਅਸੀਂ ਵੈਲੈਂਸ ਸ਼ੈੱਲ ਇਲੈਕਟ੍ਰੋਨਸ ਬੋਲਦੇ ਹਾਂ। G.N. Leaves an American chemist introduced simple notation to represent valence electron in an atom। ਸਭ ਤੋਂ ਜੋ ਲੇਵ ਸਿੰਬਲ ਦਾ ਕੰਸੈਪਟ ਸੀ ਉਹ G.N. Leaves ਨੇ ਸਾਨੂੰ ਦਿੱਤਾ ਅਤੇ ਉਹਨਾਂ ਨੇ ਸਾਨੂੰ ਕਿਹਾ ਸੀ ਇੰਟਰੋਡਿਊਸ ਕਰਵਾਇਆ ਇਸ ਇੱਕ ਨੋਟੇਸ਼ਨ ਦੇ ਨਾਲ ਜਿਹਦੇ ਨਾਲ ਅਸੀਂ ਉਹਦੇ ਕਿਸੇ ਵੀ ਐਟਮ ਦੇ ਵੈਲੈਂਸ ਸ਼ੈੱਲ ਦੇ ਜੋ ਇਲੈਕਟ੍ਰੋਨਸ ਨੇ ਉਹ ਰਿਪਰੈਜ਼ੈਂਟ ਕਰ ਸਕਦੇ ਹਾਂ। ਕਲੀਅਰ। ਦੀ ਨੋਟੇਸ਼ਨਸ ਆਰ ਕਾਲਡ ਲੇਵ ਸਿੰਬਲ ਇਲੈਕਟ੍ਰੋਨ ਡਾਟ ਸਟਰਕਚਰ। ਅਤੇ ਇਹਨਾਂ ਨੋਟੇਸ਼ਨਸ ਨੂੰ ਹੀ ਅਸੀਂ ਬੱਚੇ ਲੇਵ ਸਿੰਬਲ ਜਾਂ ਇਲੈਕਟ੍ਰੋਨ ਡਾਟ ਸਟਰਕਚਰ ਬੋਲ ਦਿੰਦੇ ਹਾਂ। ਕਲੀਅਰ। ਸਟਰਕਚਰ ਜਾਂ ਸਿੰਬਲਸ ਬੋਲ ਦਿੰਦੇ ਹਾਂ। ਅਕੋਰਡਿੰਗ ਟੂ ਲੇਵਸ notation, according to Leaves notation, the symbol of element represent the whole of the atom except the valence electrons। ਇਹ ਕਹਿ ਰਹੇ ਨੇ ਵੀ ਇਸ ਨੋਟੇਸ਼ਨ ਦੇ ਵਿੱਚ ਜਿਹੜਾ ਜਿਵੇਂ ਫੋਰ ਐਗਜ਼ਾਮਪਲ ਇਸ ਨੋਟੇਸ਼ਨ ਦੇ ਵਿੱਚ ਜਿਹੜਾ ਐਲੀਮੈਂਟ ਹੋਊਗਾ ਜਿਵੇਂ ਫੋਰ ਐਗਜ਼ਾਮਪਲ ਲੀਥੀਅਮ, ਅਗਰ ਮੈਂ ਇਸ ਨੋਟੇਸ਼ਨ ਦੇ ਵਿੱਚ ਲੀਥੀਅਮ ਲਿਖਤਾ ਤਾਂ ਇਹਦਾ ਕਹਿਣ ਦਾ ਮਤਲਬ ਇਹ ਹੈ ਵੀ ਇਹ ਲੀਥੀਅਮ ਇੱਕ ਤਾਂ ਐਟਮ ਨੂੰ ਰਿਪਰੈਜ਼ੈਂਟ ਕਰ ਰਿਹਾ, ਹਾਂ ਉਹ ਤਾਂ ਕਰ ਹੀ ਰਿਹਾ ਲੀਥੀਅਮ ਆ, ਅਤੇ ਇੱਕ ਜਿਹੜੇ ਉਹਦੇ ਵੈਲੈਂਸ ਸ਼ੈੱਲ ਤੋਂ ਇਲਾਵਾ ਜਿਹੜੇ ਇਲੈਕਟ੍ਰੋਨ ਰਹਿ ਗਏ ਇਹ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਿਹਾ। ਦੇਖੋ ਫੋਰ ਐਗਜ਼ਾਮਪਲ ਲੀਥੀਅਮ ਦਾ ਅਟੋਮਿਕ ਨੰਬਰ ਹੁੰਦਾ 3, Z=3, ਅਤੇ ਇਹਦੀ ਜੋ ਕਨਫੀਗਰੇਸ਼ਨ ਅਗਰ ਮੈਂ ਰਾਈਟ ਕਰਾਂ 1s2 2s1। ਕਲੀਅਰ। ਹੁਣ ਅਗਰ ਮੈਂ ਇੱਥੇ ਲੀਥੀਅਮ ਪਾਤਾ, ਅਗਰ ਮੈਂ ਹੁਣ ਜੋ ਲੀਥੀਅਮ ਦਾ ਲੇਵਸ ਡਾਟ ਸਟਰਕਚਰ ਆ ਉਹ ਇਹ ਆ Li ਦੇ ਉੱਪਰ ਇੱਕ ਡਾਟ, ਜਸਟ 1 ਡਾਟ। ਦੇਖੋ ਜਿਹੜਾ ਇਹ ਇੱਕ ਡਾਟ ਆ ਇਹਦਾ 2s1 ਨੂੰ ਸ਼ੋਅ ਕਰ ਰਿਹਾ, ਜਿਹੜਾ 1s2 ਆ ਉਹ ਸਿਰਫ ਇਕੱਲਾ ਲੀਥੀਅਮ ਦਾ। ਕਹਿਣ ਦਾ ਭਾਵ ਇਹ ਹੈ ਵੀ ਅਗਰ ਮੈਂ ਇਕੱਲਾ ਲੀਥੀਅਮ ਲਿਖ ਦਿੰਦਾ ਤਾਂ ਇਕੱਲੇ ਲੀਥੀਅਮ ਦਾ ਮੀਨਿੰਗ ਲੇਵ ਸਿੰਬਲ ਦੇ ਵਿੱਚ ਇਹ ਹੈ ਵੀ ਇੱਕ ਤਾਂ ਉਹ ਐਲੀਮੈਂਟ ਨੂੰ ਰਿਪਰੈਜ਼ੈਂਟ ਕਰ ਰਿਹਾ, ਐਟਮ ਨੂੰ ਰਿਪਰੈਜ਼ੈਂਟ ਕਰ ਰਿਹਾ, ਦੂਸਰਾ ਉਹਦੇ ਵੈਲੈਂਸ ਸ਼ੈੱਲ ਤੋਂ ਇਲਾਵਾ ਜਿੰਨੇ ਵੀ ਇਲੈਕਟ੍ਰੋਨ ਨੇ, ਜਿਵੇਂ ਇੱਥੇ 1s2 ਇਹਦੇ ਵਿੱਚ 2 ਇਲੈਕਟ੍ਰੋਨ ਨੇ, ਇਹ 2 ਇਲੈਕਟ੍ਰੋਨ ਆਪਣੇ ਆਪ ਵਿੱਚ ਇੱਕ ਪਿਕਟੋਰੀਕਲੀ ਸ਼ੋਅ ਕਰ ਰਿਹਾ। ਅਗਰ ਮੈਂ ਇਹਦੇ ਉੱਪਰ ਇੱਕ ਡਾਟ ਲਗਾ ਦਾਂ ਤਾਂ ਉਹ ਡਾਟ 2s1 ਦਾ ਹੋਏਗਾ, ਨਾ ਕਿ ਇਹ 1s2 ਦਾ ਹੋਏਗਾ। ਕਲੀਅਰ ਹੈ। ਤਾਂ ਇਸੇ ਤਰ੍ਹਾਂ ਅਸੀਂ ਹੋਰ ਐਲੀਮੈਂਟਸ ਦੇ ਮਤਲਬ ਅਸੀਂ ਲੇਵ ਸਟਰਕਚਰ ਡਰਾ ਕਰਾਂਗੇ। ਜਿਵੇਂ ਦੇਖੋ ਲੀਥੀਅਮ ਦਾ ਤਾਂ ਦੇਖੋ Li ਦੇ ਉੱਪਰ ਡਾਟ ਹੀ ਲੱਗ ਗਿਆ। ਅਗਰ ਮੈਂ ਗੱਲ ਕਰਾਂ ਬੈਰੀਲੀਅਮ ਦੇ ਉੱਪਰ, ਬੈਰੀਲੀਅਮ ਦੀ Z=4 ਆ ਤਾਂ ਇਹਦੀ ਜੋ ਕਨਫੀਗਰੇਸ਼ਨ ਆ ਉਹ ਕਿੰਨੀ ਆ 1s2, ਉਹ ਕਿੰਨੀ ਆ 1s2 2s2। ਕਲੀਅਰ ਹੈ। ਤਾਂ ਦੇਖੋ ਬੈਰੀਲੀਅਮ ਨੂੰ ਕਿਵੇਂ ਮੈਂ ਸ਼ੋਅ ਕਰੂੰਗਾ, ਇੱਕ ਉੱਪਰ ਡਾਟ ਇੱਕ ਨੀਚੇ ਡਾਟ। ਕਲੀਅਰ ਹੈ। ਇਹ ਤਾਂ ਲੀਵਸ ਸਿੰਬਲ ਹੋ ਗਿਆ ਜਾਂ ਇਲੈਕਟ੍ਰੋਨ ਡਾਟ ਸਟਰਕਚਰ ਜਾਂ ਇਲੈਕਟ੍ਰੋਨ ਡਾਟ ਸਿੰਬਲ। ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਬੋਰਨ ਹੋ ਗਿਆ। ਬੋਰਨ ਕੀ ਹੋ ਗਿਆ Z=5, ਇਹ ਕਿੰਨਾ ਹੋ ਗਿਆ 1s2 2s2 2p1। ਤਾਂ ਵੈਲੈਂਸ ਸ਼ੈੱਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੋ ਗਏ 3, 1 2 3। ਕਲੀਅਰ। ਤਾਂ ਇਸੇ ਤਰ੍ਹਾਂ ਹੀ ਕਾਰਬਨ ਦਾ ਲਾ ਲਓ Z=6, ਇਹ ਕਿੰਨਾ ਹੋ ਗਿਆ 1s2 2s2 2p6। ਕਲੀਅਰ। ਤਾਂ ਦੇਖੋ ਕਾਰਬਨ ਦੇ ਕਿੰਨੇ ਹੋ ਗਏ ਵੈਲੈਂਸ ਸੈੱਲ ਦੇ ਵਿੱਚ 2 3 4 ਹੋ ਗਏ। ਕਲੀਅਰ। ਤਾਂ ਇਸੇ ਤਰ੍ਹਾਂ ਹੀ ਜਿਵੇਂ ਨਾਈਟ੍ਰੋਜਨ ਦਾ ਹੋ ਗਿਆ, ਨਾਈਟ੍ਰੋਜਨ Z=7 1s2 2s2 2p3। ਕਲੀਅਰ। ਤਾਂ ਨਾਈਟ੍ਰੋਜਨ ਦੇ ਕਿੰਨੇ ਹੋ ਗਏ 5 ਹੋ ਗਏ, ਕਿਉਂਕਿ ਆਹ ਤਾਂ ਦੇਖੋ ਇਹ ਤਾਂ ਹੀਲੀਅਮ ਹੋ ਗਿਆ ਨੋਬਲ ਗੈਸ।
ਤੇ ਨੋਬਲ ਗੈਸ ਦੇ ਜਿਹੜੇ ਇਲੈਕਟ੍ਰੋਨਸ ਹੁੰਦੇ ਨੇ ਉਹ ਕੈਮੀਕਲ ਕੰਬੀਨੇਸ਼ਨ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਦੇ। ਕਲੀਅਰ ਆ। ਤਾਂ ਦੇਖੋ ਇਹਦੇ ਵਿੱਚ ਕਿੰਨੇ ਹੋ ਗਏ 5 ਹੋ ਗਏ 1 2 3 4 5 ਤਾਂ ਇਹ ਹੋ ਗਿਆ। ਇਹਦੇ ਨਾਲ ਹੀ ਆਕਸੀਜਨ ਹੋ ਗਿਆ Z ਇਜ਼ ਇਕੁਅਲ ਟੂ 8 ਤਾਂ ਇਹ ਕਿੰਨਾ ਹੋ ਗਿਆ 1s2 2s2 2p4 ਤਾਂ ਆਕਸੀਜਨ ਦੇ ਕਿੰਨੇ ਹੋ ਗਏ ਵੈਲੈਂਸ ਇਲੈਕਟ੍ਰੋਨਸ 6 ਹੋ ਗਏ। ਤਾਂ 6 ਨੂੰ ਰਿਪਰੈਜ਼ੈਂਟ ਕਰ ਦਿਓ 1 2 3 4 5 6 ਕਲੀਅਰ। ਤੇ ਇਸੇ ਤਰ੍ਹਾਂ ਹੀ ਫਲੋਰੀਨ ਹੋ ਗਿਆ। ਫਲੋਰੀਨ ਦੀ ਕਿੰਨਾ ਕਿ Z ਇਜ਼ ਇਕੁਅਲ ਟੂ 9 1s2 2s2 2p5 ਤਾਂ ਦੇਖੋ ਫਲੋਰੀਨ ਦੇ ਉੱਪਰ ਕਿੰਨੇ ਵਾਧੂ ਹੋ ਗਏ 7 ਦੇਖੋ 1 2 3 4 5 6 7 ਕਲੀਅਰ। ਤੇ ਇਸੇ ਤਰ੍ਹਾਂ ਹੀ ਨਿਓਨ ਹੋ ਗਿਆ Z इज इक्वल टू 10 वो कितना हो गया 1s2 2s2 2p6 तक किन्ने हो गए 8 1 2 3 4 5 6 7 8 क्लीयर। तो ये हो गया साडा नियम दा क्लीयर। तो असीं इसे तरह ही डिफरेंट एलीमेंट्स की जो आउटरमोस्ट शैल के इलैक्ट्रॉन्स ने वो आले दुआले असीं लगा देने आ तो वो एक तरह की नोटेशन बन जाती किस चीज़ की लीव्स सिंबल की। तो इसी तरह ही असीं NA का कर लांगे। तो देखो NA ते जाके थोड़ी जी गल डिफरेंट हो जाती है क्योंकि देखो जो नियोन आ वो भी एक नोबल गैस आ। तो देखो अगर मैं NA की जो कॉन्फिगरेशन लिखनी हो तो मैं ऐ भी लिख सकता नियोन क्योंकि नियोन नोबल गैस आ। इतने बन जू फिर 3s1 तो अगर मैं NA नू लीव्स सिंबल के नाल सिंबल रिप्रजेंट करना हो तो NA के उपर सिर्फ 1 डॉट आएगा क्लीयर है। तो इसी तरह ही मैग्नीशियम का हो गया ये कितना हो जू NA नियोन ये बन जू थोड़ा 3s2 तो ये कितना बन जू Mg के उपर 2 ला दो एक थले क्लीयर है। तो इसी तरह ही एलुमीनियम लगा लो Z इज इक्वल टू 13 देखो नियोन 3s2 3p1 देखो ये कितना बन जूगा एलुमीनियम 1 2 3 क्लीयर है। तो इसी तरह ही सिलिकॉन आ जाएगा Z इज इक्वल टू 14 ये 4 फ्री हो जाएंगे 1 2 3 4 क्लीयर। तो इसी तरह ही असीं सारे ही एलीमेंट्स की एक लीव्स डॉट स्ट्रक्चर बना सकते हैं या इलैक्ट्रॉन डॉट स्ट्रक्चर बना सकते हैं। तो उन्होंने पता लग गया होगा भी असीं सिर्फ एटम के आले दुआले सिर्फ वो जोड़े वैलेंस शैल के इलैक्ट्रॉन्स ने असीं उही शो करने आ क्लीयर। तो ये सी टॉपिक लीव्स सिंबल का। तो तुसीं इहदे नाल होर भी जिहड़े नंबर रह गए उन्हां दे लीव्स स्ट्रक्चर तुसीं अपने आप बना के देखने आ। इस तो बाद असीं लीव्स सिंबल्स की सिग्नीफिकेंस पढ़ते हैं। देखो मतलब ਇਹਦਾ ਸਾਨੂੰ फ़ायदा की होया वैसे ਇਹਦਾ फ़ायदा भी है अगर ਸਾਨੂੰ ਇਹਦਾ फ़ायदा ਸੀ ਅਸੀਂ ਤਾਂ ਹੀ ਇਹ ਟੈਕਨੀਕ ਵਰਤੀ। देखो सब तो पहला फ़ायदा देखो जी ये है कि सानू पता लग जाता अगर साडे कोल लीथियम के उपर एक डॉट आ तो सानू पता लग जाएगा भी लीथियम किस तरह की कैमिकल कंबीनेशन करेगा। तो देखो ये कोल सिर्फ एक इलैक्ट्रॉन स्पेयर आ भी एक इलैक्ट्रॉन के नाल ही ये कैमिकल कंबीनेशन कर सकता भी कोई भी बॉन्ड एक इलैक्ट्रॉन की हेल्प के नाल ही बना सकता क्लीयर है। अपने 2 इलैक्ट्रॉन यूज नहीं कर सकता क्लीयर है। तो एक तरह का ये सिर्फ एक इलैक्ट्रॉन वरत के ही कैमिकल कंबीनेशन करूँगा तो यह मोनोवैलेंट आयन ही बना सकता मोनोवैलेंट बॉन्डिंग कर सकता। तो असीं इहनूं कहांगे मोनोवैलेंट मतलब ये लवे सिर्फ एक इलैक्ट्रॉन है कैमिकल बॉन्डिंग करने के लिए। इस तरह ही बेरीलियम के लवे 2 ने तो असीं इहनूं की कहांगे डाईवैलेंट क्लीयर है। तो डाईवैलेंट कहांगे तो ये नाल ही बोरोन के लवे 3 ने तो असीं इहनूं कहांगे ट्राईवैलेंट। तो इसी तरह ही कार्बन के कोले 4 ने तो असीं कहांगे टैट्रावैलेंट क्लीयर है। तो देखो ये सानू पता लग जाता भी जोड़ा भी साडा अगर असी लीव्स सिंबल ड्रा कर लेने तो सानू मतलब उन्होंने देख के ही असी उन्होंने आइडिया लगा सकते हैं भी किस तरह का एटम आ तो किस तरह की कैमिकल कंबीनेशन कर सकता है। ये सिंगल बॉन्ड बना सकता है, ये डबल बॉन्ड बना सकता है, या किस तरह की बॉन्डिंग कर सकता क्लीयर है। तो एक ये होर फायदा अगर असी लीव्स सिंबल ड्रा करने सीख लाँगे तो सानू असी उन्होंने देख के ही नंबर ऑफ वैलेंस इलैक्ट्रॉन का प्रोडिक्शन कर सकते हैं। जिवें देखो लीथियम के कोल सिर्फ एक ही वैलेंस इलैक्ट्रॉन, बेरीलियम के कोल सिर्फ 2 ही वैलेंस इलैक्ट्रॉन है क्लीयर। तो देखो ये सी अज अपना छोटा जिहा टॉपिक। तो थैंक्स फॉर वॉचिंग।